सतगुरां दी साजी नवाजी सत्कारयोग साध संगत सरबत बाई पाई जो ਸੇਵਕਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਮਹਾਰਾਜ ਸਰਬੱਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਗੁਰੂ ਪਿਆਰੀ ਸਾਧ ਸੰਗਤ ਆਪ ਜੀ ਨੇ ਗੁਰਬਾਣੀ ਦਾ ਜਾਪ ਤੇ ਕੀਰਤਨ ਅਰਦਾਸ ਬੇਨਤੀ ਹੁਕਮਨਾਮਾ ਸਰਵਣ ਕੀਤਾ ਹੈ ਤੇ ਜੋ ਹੁਕਮ ਹੋਇਆ ਹੈ ਪਰਿਵਾਰ ਵੱਲੋਂ ਕੁਝ ਸਮੇਂ ਵਾਸਤੇ ਸਤਿਗੁਰਾਂ ਨੇ ਪਰਸੋਂ ਰੋਜ਼ ਤੋਂ ਚੱਲ ਰਹੇ ਧੁਰ ਕੀ ਬਾਣੀ ਆਈ ਤਿਨ ਸਗਲੀ ਚੰਤ ਮਟਾਈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੇ ਨਿਜ ਘਰ ਵਾਸਾ ਹੋਏ। ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਗੁਰਬਾਣੀਆਂ ਦੇ ਪਰਸੋਂ ਰੋਜ਼ ਤੋਂ ਪ੍ਰਵਾਹ ਜਿਹੜੇ ਆਰੰਭ ਹੋਏ ਤੇ ਇਹਨਾਂ ਦਾ ਜੋ ਫਲਾਦੇਸ਼ ਜੋ ਸਤਿਗੁਰਾਂ ਨੇ ਆਪ ਜੀ ਦਾ ਇਲਾਹੀ ਫਰਮਾਨ ਪਰਿਵਾਰ ਤੇ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਕੀ ਸਾਧ ਸੰਗਤ ਆਓ ਇਸ ਦੇ ਨਾਲ ਜੁੜਨ ਦਾ ਯਤਨ ਕਰੀਏ ਤੇ ਇਸ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ ਕਿ ਇਹਨਾਂ ਪਵਿੱਤਰ ਬਚਨਾਂ ਦੇ ਨਾਲ ਸਾਂਝ ਬਣ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਧ ਸੰਗਤ ਸਤਿਗੁਰਾਂ ਨੇ ਜੋ ਫਰਮਾਨ ਕੀਤਾ ਹੈ ਇਹਦਾ ਭਾਵ ਇਹ ਹੈ ਕਿ ਹੇ ਪਰਮੇਸ਼ਰ ਇਹ ਸੰਸਾਰ ਦੀ ਜੋ ਤੂੰ ਰਚਨਾ ਕੀਤੀ ਹੈ ਬੜਾ ਵੱਡਾ ਪਰਉਪਕਾਰ ਕੇ ਬੜਾ ਵੱਡਾ ਇਹ ਦੁਨੀਆ ਦਾ ਪਸਾਰਾ ਪਸਾਰਿਆ ਹੈ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਤੋਂ ਐਸੇ ਜੀਵ ਪੈਦਾ ਕੀਤੇ ਹਨ। ਮਨੁੱਖ ਤੇ ਵੱਖਰੀ ਗੱਲ ਹੈ, ਅਨੇਕਾਂ ਥਾਵਾਂ ਤੇ ਜ਼ਿਕਰ ਆਉਂਦਾ ਕਈ ਵਾਰ ਆਪ ਜੀ ਨੇ ਸਰਵਣ ਕੀਤਾ ਹੈ ਕਿ ਸ਼ੇਸ਼ ਨਾਗ ਵਰਗੇ ਜਿਹੜੇ ਜੀਵ ਹਨ ਜਿਨ੍ਹਾਂ ਦੀਆਂ ਹਜ਼ਾਰਾਂ ਜ਼ਬਾਨਾਂ ਦੱਸੀਆਂ ਗਈਆਂ ਹਨ ਤੇ ਰੋਜ਼ ਹੀ ਨਵੇਂ ਤੋਂ ਨਵਾਂ ਪਰਮੇਸ਼ਰ ਦਾ ਨਾਮ ਜਪਦੇ ਤੇ ਉਹ ਫਿਰ ਵੀ ਕਹਿੰਦੇ ਹੇ ਵਾਹਿਗੁਰੂ ਸਾਡੀ ਇੱਕ ਇਹ ਜਿਹੜੀ ਜ਼ਬਾਨ ਭਾਵ ਹੈ ਤੇ ਅਸੀਂ ਸੋਚੀਏ ਉਹ ਕੀ ਕਹਿੰਦੇ ਹਨ। ਉਹ ਕਹਿੰਦੇ ਮਹਾਰਾਜ ਅਸੀਂ ਤੇਰਾ ਨਾਮਾਂ ਦਾ ਅੰਤ ਨਹੀਂ ਪਾ ਸਕਦੇ, ਤੂੰ ਬੇਅੰਤ ਹੈ। ਅਜੇ ਹਜ਼ਾਰਾਂ ਹੀ ਨਵੇਂ ਤੋਂ ਨਵਾਂ ਰੋਜ਼ ਨਾਮ ਪਰਮੇਸ਼ਰ ਦਾ ਲੈਂਦੇ ਹਨ ਸ਼ੇਸ਼ ਨਾਗ ਵਰਗੇ ਜਿਹੜੇ ਜੀਵ ਹਨ ਤੇ ਫਿਰ ਵੀ ਉਹ ਕਹਿੰਦੇ ਪਰਮੇਸ਼ਰ ਤੇਰਾ ਅੰਤ ਨਹੀਂ ਆਉਂਦਾ। ਇੱਥੇ ਵੇਖੋ ਜਿਹੜੇ ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਭਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਜਿਹੜੇ ਖੁਦ ਪਰਮੇਸ਼ਰ ਦਾ ਰੂਪ ਹਨ ਉਹ ਇਹ ਕਹਿ ਰਹੇ ਸਾਨੂੰ ਜਾਂਚ ਦੱਸਦੇ ਇੰਨੀ ਨਿਮਰਤਾ ਵਿਖਾ ਕੇ ਹੇ ਵਾਹਿਗੁਰੂ ਅਕਾਲ ਪੁਰਖ ਸਾਡੀ ਇੱਕ ਜ਼ਬਾਨ ਤੇਰੇ ਅਨੇਕਾਂ ਬੇਅੰਤ ਪਰਉਪਕਾਰ ਬੇਅੰਤ ਗੁਣ ਹਨ, ਤੇਰਾ ਅੰਤ ਕਿਵੇਂ ਪਾ ਸਕਦੇ ਹਾਂ। ਇਸ ਕਰਕੇ ਉਹਦੇ ਅੱਗੇ ਬੇਨਤੀ ਕਰਨ ਦੀ ਇਜਾਜ਼ਤ ਦੱਸੀ ਹੈ ਪਰਮੇਸ਼ਰ ਤੂੰ ਬੇਅੰਤ ਹੈ, ਅਸੀਂ ਸਦਾ ਹੀ ਭੁੱਲਣਹਾਰ ਸਾਡੀ ਥੋੜ੍ਹੀ ਮੱਤ ਹੈ, ਤੂੰ ਆਪ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਸਮੱਤ ਬਖਸ਼। ਅਸੀਂ ਸਦਾ ਭੁੱਲਦੇ ਹਾਂ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬੌੜ ਪਿਤਾ ਗਲ ਲਾਵੈ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹਦੇ ਗਾੜੀ ਬੇਨਤੀ ਕਰੀ ਜਾਈਏ ਤੇ ਕਿਤੇ ਨਾ ਕਿਤੇ ਤੇ ਉਹ ਜ਼ਰੂਰ ਸੁਣੇਗਾ। ਕਈ ਹੁਣ ਇਹ ਕਹਿ ਦਿੰਦੇ ਰੋਜ਼ ਉਹੋ ਹੀ ਪਾਠ ਕਰਨਾ, ਰੋਜ਼ ਉਹੀ ਸਿਮਰਨ ਬਾਰ-ਬਾਰ ਕਰੀ ਜਾਣਾ ਤੇ ਇਹਦਾ ਭਾਵ ਇਹ ਹੈ ਭਗਤ ਕਬੀਰ ਜੀ ਕਹਿੰਦੇ ਕੇਸੋ ਕੇਸੋ ਸੁਖ ਕੂਕੀਏ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਇਹਦੇ ਗੁਰਬਾਣੀ ਦਾ ਫਰਮਾਨ ਹੈ ਤੇ ਆਮ ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਰਾਤ ਦਿਨ ਦੇ 24 ਘੰਟੇ ਬਣਦੇ ਹਨ। ਇਹਦੇ ਵਿੱਚੋਂ ਇੱਕ ਐਸਾ ਸਮਾਂ ਆਉਂਦਾ ਕਹਿੰਦੇ ਜਿਹੜੇ ਮਨੁੱਖ ਦੇ ਮੂੰਹ 'ਚੋਂ ਗੱਲ ਨਿਕਲ ਜਾਵੇ ਪੂਰੀ ਹੋ ਜਾਂਦੀ ਚਾਰਨ ਕਰੋ ਸ੍ਰੀ ਵਾਹਿਗੁਰੂ, ਪਰ ਇਹ ਸਭ ਨੂੰ ਪਤਾ ਨਹੀਂ ਉਹ ਕਦੋਂ ਪੂਰਾ ਵਚਨ ਹੋਣਾ ਹੈ। ਇਸ ਕਰਕੇ ਫਰਮਾਨ ਸਿਆਣਿਆਂ ਦਾ ਹੈ ਕਿ ਭਾਈ ਸਦਾ ਹੀ ਉਹਨੂੰ ਯਾਦ ਕਰੀਏ, ਸਦਾ ਹੀ ਭਲਾ ਮੰਗੀਏ ਤੇ ਭਲਾ ਹੋ ਜਾਂਦਾ। ਕਿਤੇ ਨਾ ਕਿਤੇ ਰਾਤ ਦਿਨ ਬੇਨਤੀਆਂ ਕਰਦੇ ਹਾਂ, ਕਿਤੇ ਨਾ ਕਿਤੇ ਕੋਈ ਗੱਲ ਲੇਖੇ ਵਿੱਚ ਆ ਜਾਵੇਗੀ। ਇਸ ਕਰਕੇ ਮਹਾਰਾਜ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਕੇ ਕਿਰਪਾ ਕਰਨਾ ਕਰ। ਗੁਰੂ ਕੀ ਸਾਧ ਸੰਗਤ ਆਓ ਜੋ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਦੇ ਹਨ ਇਹਦੇ ਨਾਲ ਜੁੜੀਏ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਨਾਸਰੀ ਮਹਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਬਾਣੀ ਦੇ ਸੰਪਾਦਕ, ਸ਼ਾਂਤੀ ਦੇ ਪੁੰਜ, ਪਰਮੇਸ਼ਰ ਦਾ ਰੂਪ, ਜਿਨ੍ਹਾਂ ਨੇ ਗੁਰੂ ਕੀ ਸਾਧ ਸੰਗਤ ਧਨਾਸਰੀ ਰਾਗਣੀ ਦੇ ਵਿੱਚ ਇਹ ਸ਼ਬਦ ਉਚਾਰਨਾ ਕੀਤਾ ਤੇ ਮਹਾਰਾਜ ਜੀ ਨੇ ਰਾਗ ਰਾਗਣੀਆਂ ਨੂੰ ਸਮਾਨਤਾ ਦਿੰਦਿਆਂ ਹੋਇਆਂ ਰਾਗ ਕਰਕੇ ਉਚਾਰਨਾ ਕੀਤਾ ਜਿੱਥੇ ਵੀ ਸ਼ਬਦ ਉਚਾਰਿਆ ਹੈ। ਸੋ ਇਹ ਧਨਾਸਰੀ ਰਾਗ ਦੇ ਵਿੱਚ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕਰਕੇ ਸੰਸਾਰ ਦੇ ਜੀਵਾਂ ਤੇ ਭਲਾ ਕੀਤਾ ਹੈ। ਤੁਮ ਦਾਤੇ ਠਾਕੁਰ ਪਿਤ ਪਾਲਕ, ਨਾਇਕ ਖਸਮ ਹਮਾਰੇ। ਗੁਰੂ ਪਿਆਰੀ ਸਾਧ ਸੰਗਤ, ਮਹਾਰਾਜ ਜੀ ਚਾਰਨ ਕਰਦੇ ਹੀ ਅਕਾਲ ਪੁਰਖ ਪਰਮੇਸ਼ਰ ਉਹ ਜਿਹੜਾ ਸਭ ਤੋਂ ਵੱਡਾ ਹੈ, ਜਿਹਦੇ ਵਰਗਾ ਹੋਰ ਕੋਈ ਨਹੀਂ। ਭਾਈ ਗੁਰਦਾਸ ਜੀ ਨੇ ਬੜਾ ਖੋਲ੍ਹ ਕੇ ਭੇਦ ਦੱਸਿਆ ਹੈ, ਕਿਤੇ ਹੋਰ ਇੰਨਾ ਵੇਰਵਾ ਨਹੀਂ ਮਿਲਦਾ ਕਿ ਜਦੋਂ ਵੀ ਪਰਮੇਸ਼ਰ ਨੂੰ ਸੰਬੋਧਨ ਕਰਕੇ ਲਿਖਿਆ ਹੈ ਇੱਕ ਓੰਕਾਰ, ਸਭ ਤੋਂ ਮੇਨ ਜਿਹੜੀ ਚੀਜ਼ ਸਮਝਣ ਵਾਲੀ ਹੈ, ਉਹਦੇ ਨਾਲ ਏਕਾ ਬਹਾ ਦਿੱਤਾ ਹੈ। ਸਾਰੀ ਬਾਣੀ ਜਿਹੜੀ ਹੈ ਉਹ ਦੂਜੇ ਅੱਖਰਾਂ ਦੇ ਵਿੱਚ ਉਚਾਰਨ ਕੀਤੀ ਹੈ। ਇੱਥੇ ਨਾਲ ਜਿੱਥੇ ਵੀ ਏਕ ਓੰਕਾਰ ਏਕਾ ਕਿਉਂ ਲੱਗਾ ਕਿ ਉਹ ਸ਼ਕਤੀ ਹੈ ਜਿਹਦੇ ਵਰਗਾ ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਹਦੇ ਵਰਗਾ ਕੋਈ ਨਾ ਪਿੱਛੇ ਸੀ ਨਾ ਹੁਣ ਹੋਵੇਗਾ। ਇਸ ਵਾਸਤੇ ਗੁਰੂ ਕੀ ਸਾਧ ਸੰਗਤ ਕਹਿੰਦੀ ਉਸ ਪਰਮੇਸ਼ਰ ਅੱਗੇ ਬੇਨਤੀ ਹੈ, ਮਹਾਰਾਜ ਪਰਮੇਸ਼ਰ ਅਕਾਲ ਪੁਰਖ ਤੂੰ ਸਾਡੇ ਮਾਲਕ ਹੋ। ਤੁਮ ਦਾਤੇ ਠਾਕੁਰ ਪ੍ਰਤਿਪਾਲਕ, ਨਾਇਕ ਖਸਮ ਹਮਾਰੇ। ਕਿੰਨੇ ਪਰਮੇਸ਼ਰ ਦੇ ਗੁਣਾਂ ਵਾਲੇ ਨਾਮ ਉਚਾਰਨ ਕੀਤੇ ਹਨ ਕਿ ਹੇ ਪਰਮੇਸ਼ਰ, ਤੁਮ ਤੋਂ ਭਾਵ ਬਹੁਤ ਬਹੁ ਵਚਨ ਹੈ। ਕਿਤੇ ਤੂੰ ਕਰਕੇ ਵੀ ਲਿਖਿਆ ਹੈ, ਜਿੱਥੇ ਇਹ ਕਿਹਾ ਕਿ ਤੇਰੇ ਵਰਗੀ ਹੋਰ ਕਿਸੇ ਕੋਲ ਤਾਕਤ ਨਹੀਂ। ਇੱਥੇ ਤੁਮ ਤਾਂ ਕਿਹਾ ਹੈ ਕਿ ਤੂੰ ਸਾਰੀ ਸ੍ਰਿਸ਼ਟੀ ਦੇ ਨਾਲ ਮਿਲਿਆ ਹੋਇਆ ਸਰਗੁਣ ਰੂਪ ਵਿੱਚ ਵੀ, ਇਸ ਕਰਕੇ ਤੇਰਾ ਇੱਕ ਵੀ ਰੂਪ ਤੇ ਅਨੇਕਾਂ ਵੀ ਰੂਪ ਹਨ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਇਹ ਉਹਦੀ ਆਪਣੀ ਤਾਕਤ ਐਸੀ ਹੈ, ਸਰਬ ਵਿਆਪੀ ਨਿਰਗੁਣ ਤੇ ਸਰਗੁਣ ਦੋਵਾਂ ਰੂਪਾਂ ਵਿੱਚ ਵਰਤਦਾ ਹੈ। ਐਸੇ ਪਰਮੇਸ਼ਰ ਅੱਗੇ ਬੇਨਤੀ ਕਰਦੇ ਹਨ, ਤੁਮ ਠਾਕੁਰ। ਠਾਕੁਰ ਜਿਹੜਾ ਹੈ ਇਹ ਸਵਾਮੀ ਦਾ ਸੰਬੋਧਕ ਹੈ। ਆਮ ਕਰਕੇ ਜਿਹੜਾ ਠਾਕੁਰ ਸ਼ਬਦ ਹੈ ਅਜੇ ਵੀ ਯੂਪੀ ਦੇ ਕੁਝ ਇਲਾਕਿਆਂ ਵਿੱਚ ਬੋਲਿਆ ਜਾਂਦਾ ਹੈ, ਭਾਵੇਂ ਉਹਨਾਂ ਦਾ ਗਾੜੀ ਕਾਰੋਬਾਰ ਜਿਹੜਾ ਕਿਰਦਾਰ ਵੱਖਰਾ ਭਾਵੇਂ ਬਦਲ ਚੁੱਕਾ ਹੋਵੇ, ਪਰ ਪੁਰਾਣੇ ਸਮੇਂ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਵਡੇਰੇ ਸੋਢੀ ਕੁਲ ਦੇ ਵਿੱਚੋਂ ਹੋਏ, ਜਿਨ੍ਹਾਂ ਦਾ ਜਿਹੜਾ ਸਤਿਕਾਰ ਵਜੋਂ ਨਾਂ ਜਦੋਂ ਕੋਈ ਲੈਂਦਾ ਸੀ ਉਹਨਾਂ ਨੂੰ ਬੁਲਾਉਂਦਾ ਸੀ ਤੇ ਠਾਕੁਰ ਜੀ ਕਰਕੇ ਬੁਲਾਇਆ ਜਾਂਦਾ ਸੀ। ਉਹਨਾਂ ਦੇ ਐਸੇ ਖਾਨਦਾਨ ਦੇ ਵਿੱਚੋਂ ਧੰਨ ਬਾਬਾ ਹਰਦਾਸ ਜੀ ਹੋਏ, ਜਿਨ੍ਹਾਂ ਦੇ ਘਰ ਗੁਰੂ ਰਾਮਦਾਸ ਮਹਾਰਾਜ ਜੀ ਪੈਦਾ ਹੋਏ। ਉਹਨਾਂ ਨੇ ਅਵਤਾਰ ਧਾਰਿਆ ਲਾਹੌਰ ਚੂਨਾ ਮੰਡੀ ਵਿੱਚ। ਸੋ ਕਹਿਣ ਦਾ ਭਾਵ ਇੱਥੇ ਠਾਕੁਰ ਦਾ ਪ੍ਰਕਰਨ ਅਨੁਸਾਰ ਭਾਵ ਇਹ ਹੈ, ਹੇ ਤੂੰ ਸਾਡਾ ਮਾਲਕ ਪਰਮੇਸ਼ਰ ਹੈ। ਤੁਮ ਦਾਤੇ ਠਾਕੁਰ, ਇਹ ਦਾਤੇ ਤੋਂ ਭਾਵ ਹੈ ਕਿ ਦਾਤਾ ਦੇਣ ਵਾਲਾ ਦਾਤਾ ਇੱਕੋ ਹੀ ਹੁੰਦਾ, ਅਸਲ ਸਾਰੇ ਦਾਤੇ ਨਹੀਂ। ਆਪਾਂ ਕਈ ਵਾਰ ਕਹਿੰਦੇ ਵਿਧ ਮਾਤਾ ਆਹ ਕੰਮ ਕਰਦੀ ਹੈ, ਜਾਂ ਹੋਰ ਕੋਈ ਦਾਤਾ ਉਹਦੇ ਕੋਲ ਆਹ ਦਾਤਾਂ ਮਿਲਦੀਆਂ ਹਨ। ਕਈ ਪ੍ਰਕਾਰ ਦੇ ਦਾਤੇ ਮੰਨਦੇ ਹਾਂ, ਪਰ ਭਾਈ ਗੁਰਦਾਸ ਜੀ ਨੇ ਸਪਸ਼ਟ ਕੀਤਾ, ਦਾਤਾ ਉਹ ਨਾ ਆਖੀਏ ਫਿਰ ਮੰਗਣ ਜਾਈਏ, ਸਤਿਗੁਰ ਐਸਾ ਸੇਵੀਏ ਫਿਰ ਜਨਮ ਨਾ ਆਈਏ। ਇਸ ਪ੍ਰਕਾਰ ਭਾਵ ਇਹ ਹੈ ਕਿ ਜਿਹੜਾ ਕਿਸੇ ਕੋਲੋਂ ਮੰਗਦਾ ਨਹੀਂ, ਸਭ ਨੂੰ ਵੰਡ ਸਕਦਾ ਹੈ ਤੇ ਕਿਸੇ ਕੋਲੋਂ ਮੰਗਣ ਦੀ ਉਹਨੂੰ ਲੋੜ ਨਹੀਂ ਪੈਂਦੀ, ਦਾਤਾ ਉਹ ਕਿਹਾ ਜਾਂਦਾ ਹੈ। ਜਿੰਨੇ ਵੀ ਪੀਰ ਪਕੰਬਰ ਦੇਵੀ ਦੇਵਤੇ ਹੋਏ ਸਭ ਉਸ ਦੇ ਦਰ ਤੋਂ ਮੰਗਦੇ ਹਨ, ਉਹਦੇ ਅੱਗੇ ਪੁਕਾਰਾਂ ਕਰਦੇ ਹਨ। ਇਸ ਕਰਕੇ ਜਿਹੜਾ ਸਭ ਤੋਂ ਵੱਡਾ ਹੈ, ਸਦਾ ਹੀ ਜੁਗਾਂ ਜਗੰਤਰਾਂ ਤੋਂ ਦਾਤਾ ਬਖਸ਼ ਰਿਹਾ ਹੈ ਤੇ ਉਹਦੇ ਫਿਰ ਵੀ ਭੰਡਾਰੇ ਮੁੱਕਦੇ ਨਹੀਂ। ਐਸੇ ਦਾਤੇ ਨੂੰ ਕਹਿੰਦੇ ਤੂੰ ਸਾਡਾ ਸਵਾਮੀ ਹੈ। ਪ੍ਰਤਪਾਲਕ, ਇਹ ਤਿੰਨ ਚਾਰ ਤਰ੍ਹਾਂ ਇਹਦਾ ਉਚਾਰਨ ਆਉਂਦਾ ਬਾਣੀ ਵਿੱਚ, ਕਿਤੇ ਪ੍ਰਤਪਾਲਕ ਹੈ, ਕਿਤੇ ਪ੍ਰਤਪਾਲਕ ਹੈ। ਜਿਵੇਂ ਗ੍ਰਸਤ ਚਾਰ ਪ੍ਰਕਾਰ ਦਾ ਵਿੱਚ ਦੱਸਿਆ, ਕਿਤੇ ਗ੍ਰਸਤ ਹੈ, ਕਿਤੇ ਗ੍ਰਸਤ ਹੈ। ਇਸ ਪ੍ਰਕਾਰ ਦੇ ਵੱਖ-ਵੱਖ ਪ੍ਰਕਰਨ ਉਹਦੇ ਅਨੁਸਾਰ ਉਹਦਾ ਅਰਥ ਬਣਦਾ ਹੈ। ਭਾਵ ਤੂੰ ਹੈ ਪਰਮੇਸ਼ਰ ਸਾਰਿਆਂ ਦੀ ਪ੍ਰਤਪਾਲਾ ਕਰ ਰਿਹਾ ਹੈ, ਸਾਰਿਆਂ ਦੀ ਸੰਭਾਲ ਕਰਦਾ ਹੈ, ਉਹਨਾਂ ਨੂੰ ਜਨਮ ਦਿੰਦਾ ਹੈ, ਉਹਨਾਂ ਨੂੰ ਰੋਟੀ ਰੋਜੀ ਦਿੰਦਾ ਹੈ ਤੇ ਅੰਤ ਨੂੰ ਸਮਾਪਤੀ ਵੀ ਤੂੰ ਕਰ ਸਕਦਾ ਹੈ। ਜਿਹੜੇ ਲੋਕ ਕਹਿੰਦੇ ਸੀ ਤਿੰਨਾਂ ਦੀ ਡਿਊਟੀ ਹੈ ਸੰਸਾਰ ਦੇ ਵਿੱਚ, ਇੱਕ ਪੈਦਾ ਕਰਦਾ, ਸਰੀਰ ਬਣਾਉਂਦਾ, ਰਚਨਾ ਬਣਾਉਂਦਾ ਬ੍ਰਹਮਾ, ਵਿਸ਼ਨੂੰ ਰੋਜੀ ਦਿੰਦਾ
ਤੇ ਸ਼ਿਵ ਜੀ ਖਤਮ ਕਰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿ ਦਿੱਤਾ, ਭਾਈ ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਕੌਣ ਹੈ? ਜਿਹੜੇ ਤਿੰਨ ਹਨ ਇਹ ਕਈ ਵਾਰ ਹੋਏ, ਕਈ ਵਾਰ ਖਤਮ ਹੋਏ, ਤੇ ਉਹ ਜਿਹੜਾ ਕਦੇ ਵੀ ਨਾ ਉਹ ਕਦੇ ਜੰਮਦਾ ਨਾ ਕਦੇ ਮਰਦਾ, ਸਦਾ ਹੀ ਰਹਿਣ ਵਾਲਾ ਹੈ, ਐਸਾ ਉਹ ਦਾਤਾ ਪਰਮੇਸ਼ਰ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ। ਨਾਇਕ ਖਸਮ ਹਮਾਰੇ, ਨਾਇਕ ਕਹਿੰਦੇ ਜਿਹੜਾ ਸਾਡਾ ਕੋਈ ਆਗੂ ਹੋਵੇ, ਜਿਵੇਂ ਕਿਸੇ ਹੀਰੋ ਨੂੰ ਕਹਿ ਦਿੰਦੇ ਹਨ, ਮੁਖੀ ਨੂੰ ਕਹਿ ਦਿੰਦੇ ਹਨ। ਹੇ ਪਰਮੇਸ਼ਰ ਤੂੰ ਹੀ ਸੱਚਾ ਸਾਡਾ ਆਗੂ, ਸਾਡਾ ਜਿਹੜਾ ਹੈ ਸੱਚਾ ਮਾਰਗ ਜਿਹੜਾ ਦੱਸਣ ਵਾਲਾ ਹੈ। ਨਾਇਕ ਖਸਮ ਹਮਾਰੇ, ਖਸਮ ਤੋਂ ਪਾ ਫਿਰ ਮਾਲਕ ਆ ਗਿਆ ਕਿ ਤੂੰ ਹੀ ਸਾਡਾ ਮਾਲਕ ਹੈ, ਤੂੰ ਹੀ ਸਾਡਾ ਦਾਤਾ ਹੈ, ਤੂੰ ਹੀ ਸਾਡਾ ਸੁਆਮੀ ਹੈ। ਇਸ ਕਰਕੇ ਤੇਰੇ ਅੱਗੇ ਬੇਨਤੀ ਹੈ। ਨਿਮਕ ਨਿਮਕ ਤੁਮ ਹੀ ਪ੍ਰਤਪਾਲ, ਹਮ ਬਾਰਿਕ ਤੁਮਰੇ ਤਾਰੇ। ਨਿਮਕ ਤੋਂ ਭਾਵ ਹੁੰਦਾ ਜਿਵੇਂ ਆਪਾਂ ਅੱਖਾਂ ਝਮਕਦੇ ਹਾਂ ਤੇ ਇੱਕ ਅੱਖ ਫਰਕਣ ਦੇ ਵਿੱਚ ਸਮਾਂ ਜਿੰਨਾ ਲੰਘਦਾ, ਕਹਿੰਦੇ ਇੰਨੇ ਸਮੇਂ ਦੇ ਵਿੱਚ ਵੀ ਤੂੰ ਇਹ ਸਾਰਾ ਧਿਆਨ ਰੱਖਦਾ, ਕਿਤੇ ਚੇਤਾ ਨਹੀਂ ਭੁਲਾਉਂਦਾ ਕਿਸੇ ਦਾ, ਕਿਉਂਕਿ ਕਿਸੇ ਨੇ ਪਰਖਣ ਵਾਸਤੇ ਕਿਹਾ ਸੀ ਪਰਮੇਸ਼ਰ ਸਭ ਨੂੰ ਰੋਜੀ ਦਿੰਦਾ ਹੈ। ਤੇ ਮੂਸੇ ਪੈਗੰਬਰ ਦੀ ਅੱਗੇ ਵੀ ਆਪ ਜੀ ਨੇ ਹੁਣੇ ਗੱਲ ਸੁਣੀ ਹੈ, ਬਚਨ ਸੁਣਿਆ ਹੈ। ਤੇ ਇੱਕ ਵਾਰ ਕਹਿੰਦੇ ਔਰ ਪਰਮੇਸ਼ਰ ਅੱਗੇ ਬੇਨਤੀ ਕੀਤੀ, ਵਾਹਿਗੁਰੂ ਖੁਦਾ ਤੂੰ ਇਹ ਮੈਨੂੰ ਵੀ ਸਮਾਂ ਬਖਸ਼ ਕੇ ਮੈਂ ਵੀ ਇਹ ਦੁਨੀਆ ਨੂੰ ਰੋਜੀ ਦੇਣ ਦੀ ਡਿਊਟੀ ਨਿਭਾ ਸਕਾਂ, ਕੋਈ ਸਮਾਂ ਇਹ ਵੀ ਮੈਂ ਡਿਊਟੀ ਕਰ ਲਵਾਂ। ਤੇ ਪਰਮੇਸ਼ਰ ਨੇ ਕਿਹਾ ਵਿਚਾਰ ਕਰਕੇ ਵੇਖ ਲੈ, ਕੰਮ ਬੜਾ ਵੱਡਾ। ਉਹ ਕਹਿਣ ਲੱਗਾ ਮੈਂ ਕਰਾਂਗਾ। ਤੇ ਗੁਰੂ ਕੀ ਸਾਧ ਸੰਗਤ ਸਾਰੇ ਸੰਸਾਰ ਦੇ ਜੀਵਾਂ ਨੂੰ ਜੋ ਜੋ ਕਿਸੇ ਦੀ ਖੁਰਾਕ ਸੀ ਦੇ ਦਿੱਤੇ, ਪਰ ਇੱਕ ਜਗ੍ਹਾ ਤੇ ਉਹਨੇ ਇੱਕ ਵਿਅਕਤੀ ਨੂੰ ਖੁਰਾਕ ਨਹੀਂ ਦਿੱਤੀ, ਉਹਨੂੰ ਭੋਜਨ ਨਹੀਂ ਪ੍ਰਾਪਤ ਹੋਇਆ। ਜਦੋਂ ਪਰਮੇਸ਼ਰ ਕੋਲ ਗਿਆ ਡਿਊਟੀ ਨਿਭਾ ਕੇ, ਉਹਨਾਂ ਕਿਹਾ ਕਾਰਜ ਕਰ ਆਇਆ, ਕਹਿੰਦਾ ਜੀ ਮੈਂ ਸਾਰੇ ਸੰਸਾਰ ਦੇ ਜੀਵਨ ਨੂੰ ਸਭ ਕੁਝ ਵੰਡ ਆਇਆ ਹਾਂ। ਤੇ ਜਿਹੜਾ ਪਰਮੇਸ਼ਰ ਸਭ ਨੂੰ ਵੇਖਦਾ ਤੇ ਸਭ ਦੀ ਗੱਲ ਸੁਣਦਾ, ਤੇ ਕੋਈ ਲੁਕਾ ਨਹੀਂ ਸਕਦਾ। ਇੱਥੇ ਤੇ ਹਰ ਕੋਈ ਕਹਿੰਦਾ ਮੈਂ ਸੱਚਾ ਹਾਂ, ਦੂਜਾ ਝੂਠਾ ਹੈ, ਮੈਂ ਆਹ ਕੰਮ ਨਹੀਂ ਕੀਤਾ, ਉਹਨੇ ਕੀਤਾ। ਪਰ ਸਤਿਗੁਰੂ ਜੀ ਕਹਿੰਦੇ ਇਹ ਫਿਰ ਅਗਲੇ ਪਾਸੇ ਜਾ ਕੇ ਪਤਾ ਲੱਗਦਾ ਕੌਣ ਸੱਚਾ ਕੌਣ ਝੂਠਾ ਹੈ, ਕਿਉਂਕਿ ਲੇਖਾ ਰੱਬ ਮਗੇਸੀਆ ਬੈਠਾ ਕੱਢ ਵਈ, ਤਲਬਾਂ ਪੌਸ ਨਾਕੀਆਂ ਬਾਕੀ ਜਿਨ੍ਹਾਂ ਰਹੀ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਪਰਮੇਸ਼ਰ ਨੇ ਨਿਗਾਹ ਮਾਰ ਕੇ ਸੰਸਾਰ ਤੇ ਵੇਖਿਆ ਕਿ ਇੱਕ ਜਿਹੜਾ ਮਨੁੱਖ ਰਹਿ ਗਿਆ, ਉਹ ਕਹਿੰਦਾ ਉਹਨੂੰ ਤੋਂ ਕੁਝ ਨਹੀਂ ਦਿੱਤਾ ਖਾਣ ਪੀਣ ਵਾਸਤੇ। ਉਹ ਮੂਸਾ ਪੈਗੰਬਰ ਕਹਿਣ ਲੱਗਾ ਖੁਦਾ ਜੀ ਉਹ ਬੰਦਾ ਬੜਾ ਕੁਕਰਮ ਕਰ ਰਿਹਾ ਸੀ, ਬੜਾ ਮਾੜਾ ਕੰਮ ਕਰ ਰਿਹਾ ਸੀ, ਇਸ ਕਰਕੇ ਉਹਦੀ ਕਰਤੂਤ ਵੇਖ ਕੇ ਮੈਂ ਉਹਨੂੰ ਕੁਝ ਖਾਣ ਨੂੰ ਨਹੀਂ ਦਿੱਤਾ। ਪਰਮੇਸ਼ਰ ਕਹਿਣ ਲੱਗਾ ਕਿ ਮੈਂ ਜੇ ਲੋਕਾਂ ਦੇ ਔਗਣ ਵੇਖਾਂ ਤੇ ਫਿਰ ਤੇ ਕੋਈ ਵਿਰਲਾ ਹੀ ਬਚੇਗਾ, ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਉਹ ਪਰਮੇਸ਼ਰ ਐਸਾ ਹੈ। ਤੇ ਸਤਿਗੁਰੂ ਜੀ ਕਹਿੰਦੇ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ, ਪਰ ਦੇਤ ਨ ਹਾਰੇ। ਪਰਮੇਸ਼ਰ ਸਾਰਿਆਂ ਦੀ ਔਗਣ ਵੀ ਵੇਖਦਾ ਹੈ, ਪਰ ਕਿਸੇ ਦੀ ਰੋਜੀ ਨਹੀਂ ਬੰਦ ਕਰਦਾ, ਕਿਸੇ ਦੀ ਕਿਸਮਤ ਨਹੀਂ ਬੰਦ ਕਰਦਾ, ਕਿਉਂਕਿ ਜਿਹੜਾ ਉਹਨੇ ਪਹਿਲਾਂ ਸਮਝਾ ਕੇ ਘੱਲਿਆ ਇੱਕ ਸੱਚਾ ਰਸਤਾ ਇੱਕ ਝੂਠਾ ਰਸਤਾ ਹੈ, ਉਹ ਫਿਰ ਜਦੋਂ ਉਹਨੇ ਦੱਸ ਦਿੱਤਾ, ਉਹਦੇ ਵਾਸਤੇ ਸੰਗਤ ਬਣਾਈ, ਆਪਣੇ ਰੱਬ ਦੇ ਪਿਆਰੇ ਪੈਦਾ ਹੋਏ, ਦੁਨੀਆ ਦੇ ਲੋਕਾਂ ਨੂੰ ਸੱਚਾ ਰਸਤਾ ਦੱਸਣ ਵਾਸਤੇ ਗੁਰੂ ਸਾਹਿਬਾਂ ਨੂੰ ਆਉਣਾ ਪਿਆ। ਪਰ ਜੇ ਅਸੀਂ ਫਿਰ ਵੀ ਨਹੀਂ ਸਮਝਦੇ ਤੇ ਪਰਮੇਸ਼ਰ ਦਾ ਕੋਈ ਦੋਸ਼ ਨਹੀਂ। ਇਸ ਕਰਕੇ ਪਰਮੇਸ਼ਰ ਕਹਿਣ ਲੱਗਾ ਉਹ ਲੇਖਾ ਵੱਖਰਾ ਹੈ, ਪਰ ਇਹ ਜੇ ਔਗਣ ਵੇਖੀਏ ਤੇ ਫਿਰ ਸੰਸਾਰ ਦੇ ਬਹੁਤੇ ਲੋਕ ਭੁੱਖੇ ਮਰ ਜਾਣ। ਇਸ ਕਰਕੇ ਕਹਿੰਦੇ ਨਾਇਕ ਖਸਮ ਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ। ਮਹਾਰਾਜ ਤੂੰ ਤੇ ਇੱਕ ਪਲ ਪਲ ਦੇ ਵਿੱਚ ਅੱਖ ਫਰਕਣ ਦੇ ਵਿੱਚ ਹਰ ਇੱਕ ਦਾ ਧਿਆਨ ਰੱਖਦਾ, ਇਹਦੇ ਕੀ ਇਹੋ ਜਿਹੀ ਅਵਸਥਾ ਹੈ, ਕੀ ਇਹਨੂੰ ਮੁਸ਼ਕਿਲ ਹੈ, ਕੀ ਚਾਹੀਦਾ, ਕੀ ਦੁੱਖ ਹੈ, ਕੀ ਸੁੱਖ ਹੈ। ਇਸ ਕਰਕੇ ਅਸੀਂ ਤੇਰੇ ਹੀ ਪੈਦਾ ਕੀਤੇ ਹੋਏ ਬਾਲਕ ਹਾਂ, ਤੂੰ ਸਾਡਾ ਕਰਤਾ ਪੁਰਖ ਹੈ, ਕਿਉਂਕਿ ਕਰਤਾ ਪੁਰਖ ਨਾਲ ਲਿਖਿਆ ਇਸਤਰੀ ਨਹੀਂ। ਹੁਣ ਅਸੀਂ ਜੇ ਪਰਮੇਸ਼ਰ ਨੂੰ ਮੰਨਦੇ ਹਾਂ ਤਾਂ ਪੁਰਖਵਾਚਕ ਹੈ। ਹੁਣ ਕਈ ਵਾਰ ਇਹ ਵੀ ਵਚਨ ਆਉਂਦਾ ਕਿ ਜਿਹੜਾ ਔਂਕੜੇ ਦਾ ਕੀ ਭਾਵ ਹੈ, ਇਹ ਗੁਰੂ ਕੀ ਸਾਧ ਸੰਗਤ ਜੇ ਤਿੰਨੇ ਅੱਖਰ ਮੁਕਤੇ ਹੋਣ ਤੇ ਬਹੁਵਚਨ ਬਣ ਜਾਣਾ ਹੈ, ਤੇ ਜੇ ਇਹਨੂੰ ਔਂਕੜ ਲੱਗਾ ਹੋਵੇ ਤੇ ਇਹ ਤੋਂ ਪੁਰਖਵਾਚਕ ਮੰਨਿਆ ਜਾਂਦਾ ਹੈ। ਇਸ ਪ੍ਰਕਾਰ ਇਹਦਾ ਭਾਵ ਬਣਦਾ ਹੈ ਮਾਲਕ ਤੂੰ ਸਾਡਾ ਸਭ ਤੋਂ ਵੱਡਾ ਸੰਭਾਲ ਕਰਨ ਵਾਲਾ ਪਰਮੇਸ਼ਰ ਹੈ। ਤੇਰੇ ਅੱਗੇ ਬੇਨਤੀ ਹੈ। ਮਹਾਰਾਜ ਤੇਰੇ ਤੇ ਅਣਗਿਣਤ ਗੁਣ ਹਨ, ਅਗਿਣਤ ਤੇਰੇ ਪਰਉਪਕਾਰ ਹਨ। ਸਭ ਤੋਂ ਵੱਡਾ ਪਰਉਪਕਾਰ ਜਿਹਨੇ ਮਾਨਸ ਦੇ ਦਿੱਤੀ ਹੈ, ਉਸ ਤੋਂ ਵੱਡਾ ਪਰਉਪਕਾਰ ਹੈ ਕਿ ਜਿਹਨੇ ਜੀਣ ਨੂੰ ਖਾਣ ਪਹਿਨਣ ਵਾਸਤੇ ਸਭ ਕੁਝ ਦਿੱਤਾ ਹੈ। ਤੇ ਇਸ ਪ੍ਰਕਾਰ ਸਭ ਤੋਂ ਵੱਡਾ ਪਰਉਪਕਾਰ ਉਹ ਹੈ ਜਿਹਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜ ਲਿਆ ਹੈ।
ਤੇ ਸਤਿਗੁਰੂ ਜੀ ਕਹਿੰਦੇ ਤੇਰੇ ਤੇ ਬੇਅੰਤ ਹੀ ਪਰਉਪਕਾਰ ਗੁਣ ਹਨ। ਸਾਡੀ ਨਿੱਕੀ ਜੀ ਇੱਕ ਜ਼ਬਾਨ ਹੈ ਮਹਾਰਾਜ, ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਈਐ। ਬੇਸਮਾਰ ਤੋਂ ਭਾਵ ਜਿਹਦਾ ਕੋਈ ਪਤਾ ਨਹੀਂ ਲੱਗਦਾ ਉਹਦੀ ਕਿੰਨੀ ਕੁ ਤਾਕਤ ਹੈ, ਕਿੰਨਾ ਕੁ ਉਹਦੇ ਕੋਲ ਸਮਗਰ ਬਲ ਹੈ। ਤੇ ਇਸ ਕਰਕੇ ਬੇਅੰਤ, ਅੰਤ ਤੋਂ ਰਹਿਤ ਹੈ। ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਏ। ਤੇਰਾ ਅਜੇ ਤੱਕ ਕਿਸੇ ਅੰਤ ਨਹੀਂ ਪਾਇਆ, ਤੇ ਜਿਹੜੇ ਅੰਤ ਪਾਉਣ ਗਏ ਉਹਨਾਂ ਦਾ ਆਪਣਾ ਅੰਤ ਹੋ ਗਿਆ, ਪਰ ਤੂੰ ਸਦਾ ਹੀ ਬੇਅੰਤ ਰਿਹਾ ਹੈ। ਇਸ ਕਰਕੇ ਗੁਰੂ ਕੀ ਸਾਧ ਸੰਗਤ, ਇਹ ਸੰਸਾਰ ਦੀ ਰਚਨਾ ਕਈ ਵਾਰ ਬਣੀ, ਕਈ ਵਾਰ ਉਹਨੇ ਸਮੇਟਿਆ ਇਹਨੂੰ, ਪਰ ਉਹ ਸਦਾ ਹੀ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸਦਾ ਹੀ ਸਲਾਮਤ ਹੈ। ਰਹਾਉ ਸ਼ਬਦ ਤੋਂ ਭਾਵ ਇਹਦਾ ਰਹਾਉ ਤੋਂ ਹੈ ਕਿ ਮੁੱਖ ਭਾਵ ਜਿਹੜਾ ਕੇਂਦਰੀ ਭਾਵ ਹੈ, ਇਹਨਾਂ ਤੁਕਾਂ ਵਿੱਚ ਦਰਸਾ ਕੇ ਸਤਿਗੁਰੂ ਜੀ ਕਹਿੰਦੇ ਇੱਕ ਦੀ ਸ਼ਰਨ ਵਿੱਚ ਰਹਿਣਾ ਕਰੋ ਭਾਈ, ਤੇ ਉਸ ਇੱਕ ਦਾਦੇ ਨੂੰ ਸਦਾ ਮੰਨੋ। ਜਿੱਥੇ ਵੀ ਜਾਣਾ ਹੈ ਗੁਰੂ ਕੀ ਸੰਗਤ ਵਿੱਚ ਜਾਣਾ, ਦਰਸ਼ਨ ਕਰਨੇ ਧਾਰਮਿਕ ਸਥਾਨਾਂ ਦੇ, ਰੱਬ ਦੇ ਪਿਆਰਿਆਂ ਦੇ ਕੋਈ ਪਾਪ ਨਹੀਂ। ਪਰ ਜਦੋਂ ਅਰਦਾਸ ਬੇਨਤੀ ਕਰਨੀ ਇੱਕ ਦਾਦੇ ਕੋਲੋਂ ਮੰਗਿਆ ਕਰੋ, ਇੱਕ ਮਾਲਕ ਕੋਲੋਂ ਮੰਗੋ, ਉਹਨੂੰ ਫਿਕਰ ਹੋਏਗਾ ਕਿ ਮੇਰਾ ਹੋ ਚੁੱਕਾ ਹੈ। ਜਿਵੇਂ ਜੋਗਾ ਸਿੰਘ ਨੇ ਕਿਹਾ ਸੀ ਮੈਂ ਤੇਰਾ ਹਾਂ, ਤੇ ਉਹਨੇ ਕਿਹਾ ਫਿਰ ਜੇ ਤੂੰ ਸਾਡੇ ਜੋਗਾ ਤੇ ਅਸੀਂ ਵੀ ਤੇਰੇ ਜੋਗੇ। ਤੇ ਉਹਦੇ ਵਾਸਤੇ ਉਹਦੇ ਜੋਗੇ ਹੋ ਗਏ। ਮਹਾਰਾਜ ਨੇ ਦੱਸ ਵੀ ਦਿੱਤਾ, ਭਾਵੇਂ ਵੇਸਵਾ ਦੇ ਬੂਹੇ ਗਾੜੀ ਜਾ ਕੇ ਪਹਿਰਾ ਦਿੱਤਾ, ਪਰ ਭਜਨ ਪਗਾ ਦਿੱਤਾ, ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਇੱਕ ਦੀ ਸ਼ਰਨ ਵਿੱਚ ਰਹਿਣਾ ਜ਼ਰੂਰੀ ਹੈ। ਅਸੀਂ ਇਹੀ ਬਚਨ ਆਮ ਕਰਕੇ ਭੁੱਲ ਜਾਂਦੇ ਹਾਂ, ਮੰਨਦੇ ਕਿਤੇ ਹਾਂ, ਪੁੱਛਦੇ ਕਿਸੇ ਨੂੰ ਹਾਂ, ਨਾ ਗੁਰੂ ਦਾ ਵਰਤਦੇ ਹਾਂ। ਪਰ ਉਹ ਵੇਖਦਾ ਹੈ ਮੇਰੇ ਤੇ ਕਿੰਨਾ ਕੁ ਭਰੋਸਾ। ਜਿਨ੍ਹਾਂ ਨੂੰ ਪ੍ਰਤੀਤ ਆ ਗਈ ਫਿਰ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੰਦਾ। ਕੋਟ ਅਪਰਾਧ ਹਮਾਰੇ ਖੰਡ, ਅਨੇਕ ਵਿਧੀ ਸਮਝਾਵੋ। ਸਤਿਗੁਰੂ ਜੀ ਕਹਿੰਦੇ ਕੋਟ ਤੋਂ ਭਾਵ ਕਰੋੜ, ਕਰੋੜਾਂ ਹੀ ਪਾਪ ਮਹਾਰਾਜ ਜੇ ਤੂੰ ਕਹਿ ਦਵੇਂ ਸਾਡੇ ਤੇ ਬੇਅੰਤੀ ਪਾਪ ਹਨ, ਇਹ ਸਾਰੇ ਬਖਸ਼ ਲਓ, ਇਹਨਾਂ ਨੂੰ ਸਮੇਟ ਦਿਓ, ਖਤਮ ਕਰ ਦਿਓ ਸਾਡੇ ਔਗਣਾਂ ਨੂੰ, ਪਾਪਾਂ ਨੂੰ। ਅਨਕ ਤੇ ਅਨੇਕ ਦਾ ਭਾਵ ਫਰਕ ਹੈ। ਇੱਥੇ ਅਨਕ ਪਾਠ ਹੈ। ਅਨਕ ਵਿਧੀ ਤੋਂ ਭਾਵ ਬਹੁਤ ਤਰ੍ਹਾਂ ਦੀ ਤੂੰ ਸਾਨੂੰ ਜੁਗਤੀਆਂ ਵਿਧੀਆਂ ਸਮਝਾਉਂਦਾ ਹੈ। ਕਈ ਵਾਰ ਅਸੀਂ ਭੁੱਲ ਵੀ ਜਾਂਦੇ ਹਾਂ, ਤੇ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਫਿਰ ਉਹ ਸੁਭ ਰਸਤੇ ਪਾ ਦਿੰਦਾ ਹੈ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਹੀ ਖਰੇ ਹਰ ਭਾਣੇ। ਇਸ ਕਰਕੇ ਤੂੰ ਫਿਰ ਵੀ ਸਾਡੇ ਔਗਣਾਂ ਨੂੰ ਨਹੀਂ ਚਿਤਾਰਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੋਝਈ ਜੇ ਤਿਸ ਗੁਣ ਕੋਏ ਕਰੇ। ਇਸ ਕਰਕੇ ਮਹਾਰਾਜ ਤੇਰੇ ਅੱਗੇ ਬੇਨਤੀ ਹੈ, ਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਸਾਡੀ ਇਹੋ ਹੀ ਤੇਰੇ ਅੱਗੇ ਬੇਨਤੀ ਹੈ। ਸਾਡੀ ਮੱਤ ਵੀ ਥੋੜੀ ਹੈ, ਅਸੀਂ ਥੋੜੀ ਸਮਝ ਵਾਲੇ ਹਾਂ, ਤੇ ਸਾਨੂੰ ਕੋਈ ਇਹਨਾਂ ਜਿਹੜਾ ਹੈ ਇਹ ਤੇਰਾ ਹੁਕਮ ਦਾ ਪਤਾ ਨਹੀਂ ਲੱਗਦਾ। ਪਰਮੇਸ਼ਰ ਆਪ ਕਿਰਪਾ ਕਰ। ਤੁਹਾਡਾ ਬਿਰਧ ਹੈ, ਆਪਣੇ ਬਿਰਧ ਬਾਣੇ ਦੀ ਲਾਜ ਰੱਖਣੀ। ਤੇਰਾ ਸੁਭਾਅ ਹੈ, ਤੇਰਾ ਨਿਯਮ ਹੈ। ਬਿਰਧ ਤੋਂ ਭਾਵ ਇਹ ਬਿਰਧ ਨਹੀਂ ਗਾ, ਬਿਰਧ ਹੈ। ਕਿਉਂਕਿ ਬਿਰਧ ਬਜ਼ੁਰਗ ਨੂੰ ਕਿਹਾ ਜਾਂਦਾ, ਤੇ ਬਿਰਧ ਤੋਂ ਭਾਵ ਹੁੰਦਾ ਜਿਹੜਾ ਉਹਦਾ ਸੁਭਾਅ, ਜਿਹੜਾ ਉਹਦਾ ਨਿਯਮ ਹੈ, ਤੇ ਉਹਦੇ ਅਨੁਸਾਰ ਤੋਂ ਸਦਾ ਹੀ ਪਰਉਪਕਾਰ ਕਰਦਾ ਹੈ, ਸਾਰਿਆਂ ਤੇ ਭਲਾ ਕਰਦਾ ਹੈ। ਤਾਂ ਹੀ ਸਾਨੂੰ ਉਹਨਾਂ ਵੱਡਾ ਇੱਕ ਵੱਡਾ ਪਰਉਪਕਾਰ ਕਰਕੇ ਵੱਡਾ ਬਲ ਬਖਸ਼ਿਆ, ਦਾਤ ਬਖਸ਼ੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜਾ ਸਭ ਦਾ ਭਲਾ ਮੰਗਦਾ ਹੈ ਉਹਦਾ ਆਪਣਾ ਵੀ ਭਲਾ ਵਿੱਚ ਹੋ ਜਾਂਦਾ, ਤੇ ਕਿਸੇ ਦਾ ਬੁਰਾ ਵੀ ਨਹੀਂ ਹੁੰਦਾ। ਕਿੱਡਾ ਵੱਡਾ ਉਹਨੇ ਪਰਉਪਕਾਰ ਕਰਕੇ ਸਾਨੂੰ ਇਹ ਵਚਨ ਬਖਸ਼ਿਆ ਹੈ। ਇਸ ਕਰਕੇ ਮਹਾਰਾਜ ਤੁਸੀਂ ਆਪਣੀ ਬਿਰਧ ਦੀ ਮਰਜ਼ਾਦਾ ਦੀ ਇਹ ਵਿਧੀ ਅਨੁਸਾਰ ਸਾਨੂੰ ਸਮਝਾਉਣਾ ਕਰੋ, ਅਸੀਂ ਭੁੱਲ ਨਾ ਜਾਈਏ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਹੁਣ ਇੱਥੇ ਵੇਖੋ ਅਸੀਂ ਹੋਰ ਬੰਨੇ ਕਿਉਂ ਜਾਂਦੇ ਹਾਂ ਕਿ ਫਲਾਣੇ ਤਾਂ ਇੱਥੋਂ ਜ਼ਿਆਦਾ ਕੰਮ ਜਿਹੜਾ ਇੱਥੇ ਨਹੀਂ ਹੋਇਆ ਸਾਡਾ ਹੋਰ ਥਾਂ ਤੇ ਸੌਰ ਜਾਵੇਗਾ, ਸਮੇਂ ਤੋਂ ਪਹਿਲਾਂ ਹੋ ਜਾਵੇਗਾ, ਬਹੁਤਾ ਲਾਭ ਹੋ ਜਾਵੇਗਾ, ਤੇ ਆਪਣੇ ਗੁਰੂ ਨੂੰ ਛੋਟਾ ਸਮਝਦੇ ਹਾਂ। ਕਹਿ ਦਿੰਦੇ ਦੱਸਣ ਵਾਲੇ ਕਿ ਭਾਈ ਗੁਰੂ ਘਰ ਵੀ ਜਾਓ, ਦਾਨ ਪੁੰਨ ਵੀ ਕਰੋ, ਪਰ ਉਹ ਸਾਡੀ ਗੱਲ ਜ਼ਰੂਰ ਮੰਨੋ, ਉੱਧਰ ਜ਼ਿਆਦਾ ਸਾਡਾ ਧਿਆਨ ਹੁੰਦਾ ਹੈ। ਇਸ ਕਰਕੇ ਜਿਨ੍ਹਾਂ ਨੇ ਇਹਦੇ 'ਤੇ ਭਰੋਸਾ ਰੱਖ ਲਿਆ, ਇਹਦੇ ਅੱਗੇ ਬੇਨਤੀ ਕੀਤੀ। ਕਈ ਕਹਿੰਦੇ ਗੁਰੂ ਕੀ ਦੱਸੇਗਾ, ਇਹ ਗੁਰੂ ਗ੍ਰੰਥ ਸਾਹਿਬ ਤੇ ਸੰਤ ਦੇ ਬੋਲਦੇ ਹਨ, ਤੇ ਮਹਾਰਾਜ ਨੇ ਇਹ ਵੀ ਨਿਤਾਰਾ ਕਰ ਦਿੱਤਾ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਭੂ ਡੋਲੇ, ਸਤਿਗੁਰ ਜਾਗਤਾ ਹੈ ਦਿਓ। ਕਿਸੇ ਨੇ ਤਰਕ ਕੀਤੀ ਸਾਡਾ ਗੁਰੂ ਤੇ ਇਸ਼ਨਾਨ ਕਰਦਾ, ਤੁਹਾਡਾ ਗੁਰੂ ਕਿਵੇਂ ਕਰਦਾ ਹੈ? ਉਹ ਕਹਿਣ ਲੱਗਾ ਮੂਰਖਾ ਤੈਨੂੰ ਪਤਾ ਹੀ ਨਹੀਂ, ਇਸ਼ਨਾਨ ਕੌਣ ਕਰਦਾ ਹੈ? ਜਿਹੜਾ ਪਲੀਤ ਹੋਵੇ।
ਤੇ ਜਿਹੜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ। ਸਾਡਾ ਗੁਰੂ ਨੂੰ ਕੋਈ ਮੈਲ ਕਲੰਕ ਲੱਗਦਾ ਨਹੀਂ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਉਹ ਸਦਾ ਹੀ ਨਿਰਮਲ ਹੈ। ਇਸ ਕਰਕੇ ਉਹਦੇ ਅੱਗੇ ਬੇਨਤੀ ਕਰਨੀ, ਮਹਾਰਾਜ ਤੁਮਰੀ ਸ਼ਰਨ ਤੁਮਹਾਰੀ ਆਸਾ। ਤੇਰੇ ਅੱਗੇ ਹੀ ਬੇਨਤੀ ਹੈ, ਤੇਰੀ ਸਾਨੂੰ ਆਸ ਹੈ ਕਿ ਤੇਰੇ ਵਰਗਾ ਕੋਈ ਦੂਜਾ ਹੋਰ ਹੈ ਨਹੀਂ। ਭਾਈ ਮਤੀ ਦਾਸ ਨੂੰ ਜਿਵੇਂ ਕਿਹਾ ਸੀ, ਕੋਈ ਮੰਗ ਲੈ, ਕੋਈ ਹੋਰ ਤੇਰੀ ਆਖਰੀ ਇੱਛਾ ਹੈ। ਉਹਨੇ ਕਿਹਾ ਹਰ ਜਿਹਾ ਵਰਨਾ ਦੇਸੀ, ਕੋਈ ਦੂਜਾ ਲਵੇ ਨਾ ਲਾਏ। ਸਾਡੇ ਮਾਲਕ ਵਰਗਾ, ਸਾਡੇ ਸਤਿਗੁਰੂ ਵਰਗਾ ਕੋਈ ਨਹੀਂ ਹੋ ਸਕਦਾ। ਦੁਨੀਆ 'ਤੇ ਭਾਵੇਂ ਕਿੰਨੇ ਬਣ ਜਾਣ, ਕੋਈ ਸਾਡਾ ਉਹਨਾਂ ਨਾਲ ਇਤਰਾਜ਼ ਨਹੀਂ, ਪਰ ਸਾਨੂੰ ਆਪਣੇ ਮਾਲਕ 'ਤੇ ਭਰੋਸਾ, ਸਰਬ ਕਲਾ ਸਮਰੱਥ ਹੈ। ਇਸ ਕਰਕੇ ਤੁਮੀ ਸੱਜਣ ਸਹੇਲੇ, ਤੁਸੀਂ ਮਹਾਰਾਜ ਸਾਡੇ ਮਿੱਤਰ ਹੋ। ਸਹੇਲੇ ਤੋਂ ਭਾਵ ਸਖੇ ਹੋ, ਸਦਾ ਹੀ ਨਾਲ ਰਹਿਣ ਵਾਲੇ, ਅੰਗ ਸੰਗ ਸਾਥ ਨਿਭਾਉਣ ਵਾਲੇ, ਜਿਹੜਾ ਕਿ ਨਾ ਕੋਈ ਰਿਸ਼ਤੇਦਾਰ, ਮਾਂ ਪਿਓ, ਕੋਈ ਵੀ ਇਹਦਾ ਬਲ ਨਹੀਂ ਰੱਖਦਾ, ਜਿਹੜਾ ਹਰ ਥਾਂ ਹਰ ਸਮੇਂ ਹਰ ਕਾਰਜ ਵਿੱਚ ਸਹਾਇਤਾ ਕਰ ਸਕੇ। ਇਹ ਗੁਰੂ ਪਰਮੇਸ਼ਰ ਕੋਲ ਤਾਕਤ ਹੈ। ਨਾਨਕ ਕਰਕੇ ਬੋਲੇ, ਰਾਖੋ ਰਾਖਨ ਹਰ ਦਿਆਲਾ। ਨਾਨਕ ਕਰਕੇ ਬੋਲੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਨਾਨਕ ਮਹਾਰਾਜ ਜੀ ਦੇ ਮੋਹਰ ਲਾ ਕੇ ਸ਼ਬਦ ਦੀ ਸੰਪੂਰਨਤਾ ਕਰ ਰਹੇ ਹਨ ਤੇ ਵਿਚਾਰ ਦੀ ਵੀ ਇੱਥੇ ਵਿਸਰਾਮਤਾ ਹੋ ਰਹੀ ਹੈ। ਗੁਰੂ ਕੀ ਸਾਧ ਸੰਗਤ, ਮਹਾਰਾਜ ਕਹਿ ਰਹੇ ਇਹਨਾਂ ਜਿਹੜੀਆਂ ਸੰਪੂਰਨਤਾ ਵਾਲੀਆਂ ਤੁਕਾਂ ਦੇ ਵਿੱਚ, ਪਰਮੇਸ਼ਰ ਤੁਸੀਂ ਸਦਾ ਹੀ ਰੱਖਦੇ ਹੋ, ਆਪਣੇ ਸੇਵਕਾਂ ਦੀ ਪੈਜ ਰੱਖਦੇ ਹੋ, ਪੱਤ ਰੱਖਦੇ ਹੋ। ਤੇ ਇਸ ਕਰਕੇ ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ ਦਇਆਲਾ। ਇਹ ਇੱਕ ਦਿਆਲ ਹੁੰਦਾ, ਇੱਕ ਦਇਆਲ ਹੁੰਦਾ। ਦਇਆ ਦਾ ਭਾਵ ਹੋਰ ਬਣ ਜਾਂਦਾ ਉਹ ਹਿੰਦੀ ਭਾਸ਼ਾ ਤੇ ਦਇਆਲ। ਦਇਆ ਤੋਂ ਭਾਵ ਆਲ ਕਹਿੰਦੇ ਘਰ, ਦਇਆ ਦਾ ਘਰ ਪਰਮੇਸ਼ਰ ਹੈ। ਤੇ ਹੇ ਦਇਆ ਦੇ ਘਰ ਪਰਮੇਸ਼ਰ, ਆਪਣੀ ਸ਼ਰਨ ਵਿੱਚ ਆਪਣੇ ਗੋਲੇ ਬਣਾ ਕੇ ਰੱਖੋ। ਗੋਲਾ ਉਹ ਹੁੰਦਾ ਜਿਹੜਾ ਮੁੜ ਕੇ ਘਰ ਦੀ ਆਸ ਨਹੀਂ ਰੱਖਦਾ, ਪਿਛਾਂਹ ਮੁੜਨ ਦੀ ਆਸ ਨਹੀਂ ਰੱਖਦਾ, ਸਦਾ ਉਹਦਾ ਹੋ ਜਾਂਦਾ, ਉਹਦੇ ਘਰ ਆ ਗਿਆ, ਮੁੜ ਕੇ ਸਦਾ ਹੀ ਅੰਤ ਦੇ ਸਵਾਸਾਂ ਤੱਕ ਉਹਦਾ ਸਾਥ ਨਿਭਾਉਂਦਾ। ਜਿਵੇਂ ਧੰਨ ਬਾਬਾ ਡੋਗਰ ਮਹਾਬਲੀ ਜੀ, ਬਾਬਾ ਸਿਲਵਰਾ ਸਾਹਿਬ ਜੀ ਨੇ ਇਹਨਾਂ ਆਪਣਾ ਬਚਨ ਨਿਭਾਇਆ। ਬਾਬਾ ਬਿਧੀ ਚੰਦ ਵਰਗਿਆਂ ਨੇ ਸੁੰਦਰ ਸ਼ਾਹ ਦੇ ਨਾਲ ਬਚਨ ਕੀਤਾ, ਅੰਤ ਨੂੰ ਉਹਦੇ ਨਾਲ ਸਵਾਸ ਇਕੱਠਿਆਂ ਨੇ ਛੱਡੇ। ਇਹ ਬਚਨ ਜਿਹੜਾ ਨਿਭਾ ਕੇ ਵਿਖਾਉਂਦੇ, ਜਿਹੜੇ ਮਰਦ ਸੂਰ ਵੀਰ ਬਚਨ ਕੇ ਬਲੀ। ਇਸ ਕਰਕੇ ਗੁਰੂ ਕੀ ਸਾਧ ਸੰਗਤ, ਹੇ ਪਰਮੇਸ਼ਰ ਤੇਰੇ ਅੱਗੇ ਬੇਨਤੀ ਹੈ, ਤੂੰ ਅੱਗੇ ਵੀ ਕਿਰਪਾ ਕਰਦਾ, ਸਾਡੇ ਤੇ ਵੀ ਰਹਿਮਤ ਕਰ। ਗੁਰੂ ਕੀ ਸਾਧ ਸੰਗਤ ਦੇ ਅੱਗੇ ਬੇਨਤੀ ਕਰੀਏ, ਮਹਾਰਾਜ ਅਸੀਂ ਕੁਝ ਨਹੀਂ ਜਾਣਦੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਵਿਸਰ ਨਹੀਂ ਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਮੂਰਖ ਅਣਜਾਣ ਜੀਵ ਇਹਨਾਂ ਹੀ ਬੇਨਤੀਆਂ ਤੋਂ ਬਾਅਦ ਆਪ ਜੀ ਤੋਂ ਖਿਮਾ ਦਾ ਜਾਜਕ ਹੋ ਰਿਹਾ ਹੈ। ਗੁਰੂ ਕੀ ਸਾਧ ਸੰਗਤ ਇੰਨੇ ਸਮੇਂ 'ਚ ਇੰਨਾ ਕੁਝ ਕਹਿੰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋਈਆਂ। ਗੁਰੂ ਕੀ ਸਾਧ ਸੰਗਤ ਸਤਿਗੁਰੂ ਬਖਸ਼ਣ ਯੋਗ ਹੋ, ਔਗਣਾਂ ਨੂੰ ਨਾ ਚਿਤਾਰਨਾ ਕਿਤੋਂ ਸੋਝੀ ਬਖਸ਼ਣੀ। ਸਤਿਗੁਰੂ ਰਹਿਮਤ ਕਰਨਾ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥਾ ਵਾਧਾ ਹੋਏ, ਏਕਤਾ ਹੋਏ। ਸਤਿਗੁਰੂ ਆਪਣੀ ਸਿੱਖ ਸੰਗਤਾਂ ਦੀ ਚੜ੍ਹਦੀ ਕਲਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਕਿਸੇ ਸਮੇਂ ਵਿੱਚ ਵੀ ਕਿਸੇ ਦੇ ਮਥਾਜ ਨਾ ਕਰਨ, ਆਪਣੇ ਚਰਨਾਂ ਨਾਲ ਜੋੜਨ। ਸਰਬੱਤ ਸੰਗਤਾਂ ਦੀ ਹਾਜ਼ਰੀ ਤਨ ਮਨ ਧਨ ਕਰਕੇ ਜੋ ਸੰਗਤਾਂ ਹਾਜ਼ਰੀ ਭਰੀ, ਸਤਿਗੁਰੂ ਹਾਜ਼ਰੀ ਮਹਾਰਾਜ ਮਨਜ਼ੂਰ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ, ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ